सतनाम श्री वाहिगुरु साहिब जी। सतगुर की सेवा सफल है, जे को करे चित लाए। मन चिंदिया फल पावना, हौमै विचों जाए। सतगुर की सेवा सफल है, जे को करे चित लाए। मन चिंदिया फल पावना, हौमै विचों जाए। सतगुरु जी ने इस शब्द अंदर सेवा की गल की है। साध संगत जी, सेवा ਆਪਾਂ ਗੁਰੂ ਘਰ ਵਿੱਚ ਜਾਂਦੇ ਆ, ਅਨੇਕਾਂ ਤਰ੍ਹਾਂ ਦੀ ਸੇਵਾ ਸਾਨੂੰ ਵੇਖਣ ਨੂੰ ਮਿਲਦੀ ਹੈ। ਜਿਵੇਂ ਕਿ ਜੋੜੇ ਘਰ ਵਿੱਚ ਜੋੜਿਆਂ ਦੀ ਸੇਵਾ, ਲੰਗਰਾਂ ਵਿੱਚ ਜੂਠੇ ਬਰਤਨਾਂ ਦੀ ਸੇਵਾ, ਭਾਵੇਂ ਲੰਗਰ ਪਕਾਉਣ ਦੀ ਸੇਵਾ ਹੋਵੇ। ਗੁਰੂ ਘਰ ਵਿੱਚ ਅਨੇਕ ਤਰ੍ਹਾਂ ਦੀ ਸੇਵਾ ਅਸੀਂ ਵੇਖਦੇ ਹਾਂ ਤੇ ਸੇਵਾ ਅਸੀਂ ਕਰਦੇ ਵੀ ਹਾਂ। ਪਰ ਸਾਧ ਸੰਗਤ ਜੀ, ਗੁਰੂ ਸਾਹਿਬ ਆਖਦੇ ਨੇ, ਭਾਈ ਸੇਵਾ ਉਹੀ ਸਫਲ ਹੈ। ਸਫਲ ਤੋਂ ਭਾਵ ਫਲਦਾਇਕ। ਸਤਿਗੁਰ ਕੀ ਸੇਵਾ ਸਫਲ ਹੈ। ਸਤਿਗੁਰ ਜੀ ਨੇ ਕੰਡੀਸ਼ਨ ਲਾਈ ਹੈ ਕਿ ਉਹ ਸੇਵਾ ਭਾਈ ਤੇਰੀ ਕੀਤੀ ਹੋਈ ਸਫਲ ਹੈ, ਫਲਦਾਇਕ ਹੈ। ਉਹ ਸੇਵਾ ਕਰਕੇ ਤੂੰ ਫਲ ਪ੍ਰਾਪਤ ਕਰ ਸਕਦਾ ਹੈ। ਕਿਹੜੀ? ਜੇ ਕੋ ਕਰੇ ਚਿਤ ਲਾਏ। ਚਿੱਤ ਤੋਂ ਭਾਵ ਹੈ ਮਨ ਲਾ ਕੇ ਕੀਤੀ ਹੋਈ ਸੇਵਾ। ਗੁਰਸਿੱਖਾ, ਜਦੋਂ ਤੂੰ ਮਨ ਲਾ ਕੇ ਸੇਵਾ ਕਰੇਗਾ ਭਾਈ, ਫਿਰ ਤੂੰ ਗੁਰੂ ਕੋਲੋਂ ਲੈਣ ਦਾ ਹੱਕਦਾਰ ਬਣ ਜਾਵੇਂਗਾ। ਕਿਉਂਕਿ ਸਿੱਖ ਪੰਥ ਵਿੱਚ ਦੋ ਹੀ ਰਸਤੇ ਨੇ ਜਿਨ੍ਹਾਂ ਤੇ ਤੁਰ ਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਸੰਨ ਕਰ ਸਕਦੇ ਹਾਂ। ਪਹਿਲਾ ਸੇਵਾ ਤੇ ਦੂਜਾ ਸਿਮਰਨ। ਹੁਣ ਸਾਧ ਸੰਗਤ ਜੀ, ਸੇਵਾ ਕਰਨ ਦੇ ਨਾਲ ਮਨ ਅੰਦਰ ਨਿਮਰਤਾ ਵੀ ਹੁੰਦੀ ਹੈ। ਕਿਉਂਕਿ ਆਪਾਂ ਜਦੋਂ ਜੋੜੇ ਘਰ ਵਿੱਚ ਜਾਂਦੇ ਆ, 1 ਕਰੋੜਪਤੀ ਇੱਕ ਗਰੀਬ ਦਾ ਜੋੜਾ ਝਾੜ ਰਿਹਾ ਹੁੰਦਾ। ਪਤਾ ਨਹੀਂ ਜੋੜਾ ਕਿਹਦਾ, ਕੌਣ ਜੋੜਾ ਲਾ ਕੇ ਗਿਆ। ਦੇਖੋ, ਨਿਮਰਤਾ ਦਾ ਪ੍ਰਤੀਕ ਹੈ। ਕਰੋੜਾਂਪਤੀ ਬੰਦਾ ਜਿਹਨੂੰ ਨਹੀਂ ਪਤਾ ਜੋੜਾ ਕਿਹਦਾ, ਉਹ ਜੋੜਾ ਝਾੜ ਰਿਹਾ। ਲੰਗਰ ਵਿੱਚ ਜਾਓ, ਕਿਉਂਕਿ ਗੁਰੂ ਨਾਨਕ ਦਾ ਲੰਗਰ ਹੈ। ਇੱਥੇ ਬਿਨਾਂ ਵਿਤਕਰੇ ਤੋਂ, ਬਿਨਾਂ ਭੇਦ ਭਾਵ ਤੋਂ ਕੋਈ ਵੀ ਕਿਸੇ ਵੀ ਜਾਤੀ ਦਾ, ਕਿਸੇ ਧਰਮ, ਕਿਸੇ ਮੁਲਕ ਦਾ ਕੋਈ ਵੀ ਆ ਕੇ ਗੁਰੂ ਦੇ ਲੰਗਰ ਵਿੱਚ ਪੰਗਤ ਵਿੱਚ ਬਹਿ ਕੇ ਲੰਗਰ ਛਕ ਸਕਦਾ ਹੈ। ਇਹ ਆਪਾਂ ਭਲੀ ਭਾਂਤ ਜਾਣਦੇ ਆ ਵੀ ਬਿਨਾਂ ਵਿਤਕਰੇ ਤੋਂ। ਹੁਣ ਸਾਧ ਸੰਗਤ ਜੀ, ਲੰਗਰ ਕਿਸੇ ਨੇ ਛਕਿਆ ਤੇ ਬਰਤਨ ਝੂਠੇ ਕੋਈ ਮਾਂਜ ਰਿਹਾ ਹੈ। ਸਾਧ ਸੰਗਤ ਜੀ, ਕਿਉਂਕਿ ਸੇਵਾ ਦੇ ਨਾਲ ਸਾਡਾ ਮਨ ਮੰਨਿਆ ਜਾਂਦਾ ਹੈ, ਮਨ ਦੀ ਮੈਲ ਲੱਥ ਜਾਂਦੀ ਹੈ। ਕਹਿੰਦੇ ਜਦੋਂ ਭਾਈ ਨੰਦ ਲਾਲ ਜੀ ਜਦੋਂ ਦਿੱਲੀ ਤੋਂ ਆਪਣੀ ਜਾਨ ਬਚਾਉਣ ਦੇ ਖਾਤਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ, ਮਨ ਅੰਦਰ ਇੱਕ ਇਹ ਉਹਨਾਂ ਦੇ ਧਾਰਨਾ ਬਣੀ ਸੀ ਵੀ ਮੈਂ ਵਿਦਵਾਨ ਹਾਂ, ਅਰਬੀ ਫਾਰਸੀ ਦਾ ਮੈਨੂੰ ਗਿਆਨ ਹੈ, ਬਾਦਸ਼ਾਹ ਦੇ ਦਰਬਾਰ ਵਿੱਚ ਮੈਨੂੰ ਆਦਰ ਮਾਣ ਸਤਿਕਾਰ ਮਿਲਦਾ ਸੀ, ਇੱਥੇ ਮੈਂ ਜਾਵਾਂਗਾ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਵੀ ਮੈਨੂੰ ਬਣਦਾ ਆਦਰ ਮਾਣ ਸਤਿਕਾਰ ਮਿਲੇਗਾ। ਸਾਧ ਸੰਗਤ ਜੀ, ਗੱਲ ਧਿਆਨ ਦਿਓ। ਹੁਣ ਸੁਨੇਹਾ ਭੇਜਦਾ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਤੁਹਾਨੂੰ ਭਾਈ ਨੰਦ ਲਾਲ ਮਿਲਣਾ ਚਾਹੁੰਦਾ ਹੈ। ਤੇ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਉਹਨੂੰ ਆਖੋ ਪਹਿਲਾਂ ਲੰਗਰ ਵਿੱਚ ਜਾ ਕੇ ਝੂਠੇ ਬਰਤਨਾਂ ਦੀ ਸੇਵਾ ਕਰੇ, ਭਾਵ ਝੂਠੇ ਬਰਤਨ ਮਾਂਜੇ। ਹੁਣ ਸਾਧ ਸੰਗਤ ਜੀ, ਭਾਈ ਨੰਦ ਲਾਲ ਜੀ ਕੋਲ ਹੋਰ ਕੋਈ ਰਸਤਾ ਨਹੀਂ ਸੀ। ਜੇ ਕਿਤੇ ਹੋਰ ਜਾਂਦੇ ਤੇ ਜਾਨ ਨੂੰ ਖਤਰਾ, ਹੋਰ ਕੋਈ ਪਨਾਹ ਦੇਣ ਵਾਲਾ ਵੀ ਨਹੀਂ ਸੀ। ਕੇਵਲ ਤਾਂ ਕੇਵਲ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਹੀ ਸੁਰੱਖਿਅਤ ਸੀ, ਜਿੱਥੇ ਜਾਨ ਬਚ ਸਕਦੀ ਸੀ। ਹੁਣ ਲੰਗਰਾਂ ਵਿੱਚ ਜਾ ਕੇ ਝੂਠੇ ਬਰਤਨ ਮਾਂਜ ਰਹੇ ਨੇ ਤੇ ਮਨ ਅੰਦਰ ਇਹ ਵਿਚਾਰ ਚੱਲ ਰਿਹਾ ਵੀ ਮੈਂ ਇੰਨਾ ਵਿਦਵਾਨ, ਬਾਦਸ਼ਾਹ ਦੇ ਦਰਬਾਰ ਵਿੱਚ ਮੈਨੂੰ ਆਦਰ ਮਾਣ ਸਤਿਕਾਰ ਮਿਲਦਾ ਸੀ, ਮੇਰੀ ਗੱਲਬਾਤ ਸੁਣੀ ਜਾਂਦੀ ਸੀ, ਪਰ ਇੱਥੇ ਤਾਂ ਮੈਨੂੰ ਬਣਦਾ ਸਤਿਕਾਰ ਨਹੀਂ ਮਿਲਿਆ ਤੇ ਮੈਨੂੰ ਸੇਵਾ ਦਿੱਤੀ ਹੈ ਝੂਠੇ ਬਰਤਨਾਂ ਦੀ। ਪਰ ਨਾ ਚਾਹੁੰਦੇ ਹੋਏ ਵੀ ਭਾਈ ਨੰਦ ਲਾਲ ਹੁਣ ਝੂਠੇ ਬਰਤਨ ਮਾਂਜਦਾ ਹੈ। ਹੁਣ ਸਾਧ ਸੰਗਤ ਜੀ, ਗੱਲ ਧਿਆਨ ਦਿਓ। ਇੱਥੇ ਹੀ ਪਰਿਵਾਰ ਮਿਲਣ ਵਾਸਤੇ ਆਇਆ। ਪਰਿਵਾਰ ਭਾਈ ਨੰਦ ਲਾਲ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਵੇਖ ਚੁੱਕਾ ਸੀ ਵੀ ਕੈਸਾ ਰੁਤਬਾ, ਕੈਸਾ ਸਤਿਕਾਰ, ਕੈਸਾ ਮਾਣ ਉੱਥੇ ਉਹਨਾਂ ਨੂੰ ਮਿਲਿਆ ਹੋਇਆ ਸੀ। ਪਰ ਜਦੋਂ ਅੱਜ ਆਏ, ਆ ਕੇ ਵੇਖਿਆ ਭਾਈ ਨੰਦ ਲਾਲ ਝੂਠੇ ਬਰਤਨ ਮਾਂਜ ਰਿਹਾ। ਪਰਿਵਾਰ ਵਾਲੇ ਕਹਿੰਦੇ ਵੀ ਜੋ ਤੂੰ ਵਿਦਿਆ ਪ੍ਰਾਪਤ ਕੀਤੀ ਹੈ, ਉਸ ਤੇਰੀ ਵਿਦਿਆ ਦਾ ਇੱਥੇ ਮੁੱਲ ਨਹੀਂ ਪਿਆ। ਤੇਰੇ ਕੋਲ ਝੂਠੇ ਬਰਤਨ ਮੰਜਵਾਏ ਜਾ ਰਹੇ ਨੇ, ਚੱਲ ਸਾਡੇ ਨਾਲ ਚੱਲ। ਸਾਧ ਸੰਗਤ ਜੀ, ਗੱਲ ਧਿਆਨ ਦਿਓ। ਹੁਣ
ਸੇਵਾ ਕਰ ਕਰਕੇ ਭਾਈ ਨੰਦ ਲਾਲ ਜੀ ਦਾ ਜਿਹੜਾ ਮਨ ਮਾਂਜਿਆ ਗਿਆ ਸੀ, ਜਿੱਥੇ ਪਹਿਲਾਂ ਸੋਚਦੇ ਸੀ ਮੈਨੂੰ ਬਣਦਾ ਸਤਿਕਾਰ ਨਹੀਂ ਮਿਲਿਆ, ਮੇਰੇ ਕੋਲ ਝੂਠੇ ਬਰਤਨ ਮੰਜਵਾਏ ਜਾ ਰਹੇ ਨੇ, ਪਰ ਹੁਣ ਸੇਵਾ ਕਰਨ ਵਿੱਚ ਆਨੰਦ ਆਉਣ ਲੱਗ ਪਿਆ। ਹੁਣ ਪਰਿਵਾਰ ਨੂੰ ਕਹਿੰਦੇ ਵੀ ਜੈਸਾ ਆਨੰਦ ਮੈਨੂੰ ਇੱਥੇ ਰਹਿ ਕੇ ਮਿਲ ਰਿਹਾ ਹੈ, ਐਸਾ ਮੈਨੂੰ ਕਦੇ ਦਿੱਲੀ ਦੇ ਦਰਬਾਰ ਵਿੱਚ ਨਹੀਂ ਆਇਆ। ਵੀ ਮੈਂ ਖੁਸ਼ ਹਾਂ ਵੀ ਤੁਸੀਂ ਵਾਪਸ ਜਾਓ। ਪਰਿਵਾਰ ਨੇ ਬੜਾ ਜ਼ੋਰ ਲਾਇਆ ਵੀ ਤੁਹਾਡੇ ਨਾਲ ਬੇਇਨਸਾਫੀ ਹੈ, ਇੰਨੇ ਵਿਦਵਾਨ ਹੋ ਕੇ ਤੇ ਤੁਹਾਨੂੰ ਲੰਗਰਾਂ ਵਿੱਚ ਝੂਠੇ ਬਰਤਨ ਦੀ ਸੇਵਾ ਤੁਹਾਨੂੰ ਸੌਂਪੀ ਹੈ। ਪਰ ਭਾਈ ਨੰਦ ਲਾਲ ਜੀ ਦਾ ਰੋਜ਼ ਸੇਵਾ ਕਰ ਕਰਕੇ ਮਨ ਮਾਂਜਿਆ ਗਿਆ। ਹੁਣ ਅਵਸਥਾ ਵੱਖਰੀ ਹੈ, ਹੁਣ ਸਿਖਰ ਤੇ ਪਹੁੰਚ ਗਏ ਪਰਮ ਅਵਸਥਾ ਦੀ। ਹੁਣ ਕਹਿੰਦੇ ਮੈਨੂੰ ਆਨੰਦ ਆਉਂਦਾ ਹੈ। ਹੁਣ ਦਿਨ ਰਾਤ ਝੂਠੇ ਬਰਤਨ ਮਾਂਜਦੇ ਨੇ, ਸੇਵਾ ਕਰਦੇ ਨੇ। ਸਾਧ ਸੰਗਤ ਜੀ, ਜਿੱਥੇ ਦੇਖੋ ਪਹਿਲਾਂ ਭਾਈ ਨੰਦ ਲਾਲ ਜੀ ਨੇ ਸਨੇਹਾ ਭੇਜਿਆ ਸੀ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਤੇ ਕਲਗੀਧਰ ਪਾਤਸ਼ਾਹ ਜੀ ਨੇ ਇਨਕਾਰ ਕੀਤਾ ਸੀ। ਪਰ ਅੱਜ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹੋਮੇ ਵਿੱਚੋਂ ਜਾਇਦੇ ਮਹਾਵਾਕਾਂ ਅਨੁਸਾਰ, ਮਨ ਕਰਕੇ ਤਨ ਕਰਕੇ ਕੀਤੀ ਹੋਈ ਸੇਵਾ ਸਫਲ ਹੋਈ, ਪ੍ਰਵਾਨ ਹੋਈ। ਕਿਉਂਕਿ ਬਚਨ ਆਉਂਦਾ ਸਤਿਗੁਰ ਕੀ ਸੇਵਾ ਸਫਲ ਹੈ, ਜੇ ਸਤਿਗੁਰ ਕਾ ਮਨ ਮੰਨੇ। ਸਤਿਗੁਰੂ ਜੀ ਨੂੰ ਸੇਵਾ ਭਾ ਗਈ। ਅੱਜ ਕਲਗੀਧਰ ਪਾਤਸ਼ਾਹ ਆਪ ਲੰਗਰ ਦੀਵਾਨ ਵਿੱਚ ਪਹੁੰਚੇ। ਭਾਈ ਨੰਦ ਲਾਲ ਅੱਜ ਆਟਾ ਗੁੰਨ ਰਿਹਾ ਸੀ ਤੇ ਕਲਗੀਧਰ ਪਾਤਸ਼ਾਹ ਗਏ, ਜਾ ਕੇ ਮੋਢੇ ਤੇ ਹੱਥ ਲਾਇਆ। ਦੇਖੋ ਕੈਸਾ ਪਿਆਰ, ਕੈਸੀ ਖਿੱਚ। ਜਾ ਕੇ ਮੋਢੇ ਤੇ ਹੱਥ ਲਾਇਆ, ਆਖਦੇ ਭਾਈ ਨੰਦ ਲਾਲ ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ। ਭਾਈ ਨੰਦ ਲਾਲ ਜੀ ਨੇ ਜਦੋਂ ਮੁੜ ਕੇ ਵੇਖਿਆ, ਕਲਗੀਧਰ ਪਾਤਸ਼ਾਹ ਅੱਜ ਆਪ ਤੁਰ ਕੇ ਦਰਸ਼ਨ ਦਿਦਾਰੇ ਦੇਣ ਵਾਸਤੇ ਅੱਜ ਆਪ ਲੰਗਰਾਂ ਵਿੱਚ ਪਹੁੰਚੇ। ਜਿਨ੍ਹਾਂ ਹੱਥਾਂ ਦੇ ਨਾਲ ਭਾਈ ਨੰਦ ਲਾਲ ਜੀ ਆਟਾ ਗੁੰਨ ਰਹੇ ਸਨ, ਹੱਥ ਪਿੱਛੇ ਲੁਕੋ ਲਏ। ਹੁਣ ਸਤਿਗੁਰੂ ਜੀ ਭਾਈ ਨੰਦ ਲਾਲ ਜੀ ਨੂੰ ਜਦੋਂ ਗਲਵੱਕੜੀ ਵਿੱਚ ਲੈਣ ਲੱਗੇ ਤੇ ਭਾਈ ਨੰਦ ਲਾਲ ਆਪਣੇ ਹੱਥ ਲੁਕੋਵੇ। ਕਲਗੀਧਰ ਪਾਤਸ਼ਾਹ ਜੀ ਆਖਦੇ ਨੇ ਕਿਉਂ, ਕੀ ਗੱਲ? ਕਹਿੰਦਾ ਸਤਿਗੁਰੂ ਜੀ ਤੁਸੀਂ ਬਹੁਤ ਕੀਮਤੀ ਵਸਤਰ ਪਹਿਨੇ ਨੇ ਤੇ ਮੇਰੇ ਹੱਥ ਆਟੇ ਨਾਲ ਲਿਬੜੇ ਹੋਏ ਨੇ, ਮੈਂ ਨਹੀਂ ਚਾਹੁੰਦਾ ਵੀ ਤੁਹਾਡਾ ਕੀਮਤੀ ਜਾਮਾ ਖਰਾਬ ਹੋਵੇ। ਸਾਧ ਸੰਗਤ ਜੀ, ਇੱਥੇ ਗੱਲ ਧਿਆਨ ਦਿਓ, ਜਿਹੜੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਆਖੇ, ਭਾਈ ਨੰਦ ਲਾਲਾ ਇਸ ਤੇਰੀ ਸੇਵਾ ਕਰਕੇ ਤਾਂ ਅਸੀਂ ਮਜਬੂਰ ਹੋ ਗਏ, ਤੈਨੂੰ ਮਿਲਣ ਵਾਸਤੇ ਆਪ ਤੇਰੇ ਕੋਲ ਆਏ ਆ, ਤੂੰ ਹੱਥ ਨਾ ਲਕੋ, ਸਾਨੂੰ ਗਲਵੱਕੜੀ ਵਿੱਚ ਲੈ। ਤੇਰੀ ਇਸ ਸੇਵਾ ਕਰਕੇ ਤਾਂ ਅਸੀਂ ਤੈਨੂੰ ਮਿਲਣ ਵਾਸਤੇ ਆਏ ਆ। ਤੇ ਸਤਿਗੁਰੂ ਜੀ ਨੇ ਭਾਈ ਨੰਦ ਲਾਲ ਜੀ ਨੂੰ ਗਲਵੱਕੜੀ ਵਿੱਚ ਲੈ ਲਿਆ। ਆਖਿਆ ਭਾਈ ਨੰਦ ਲਾਲ ਸਾਨੂੰ ਪਤਾ ਤੂੰ ਵਿਦਵਾਨ ਹੈ, ਜੋ ਤੇਰੇ ਮਨ ਅੰਦਰ ਚੱਲ ਰਿਹਾ ਸੀ, ਤੇਰੇ ਮਨ ਅੰਦਰ ਹੰਕਾਰ ਸੀ ਵੀ ਮੈਂ ਵਿਦਵਾਨ ਆ, ਅਸੀਂ ਤੇਰਾ ਮਨ ਮਾਂਜਣਾ ਸੀ। ਸੇਵਾ ਕਰਕੇ ਹੀ ਹੋਮੈ ਦੂਰ ਹੋ ਸਕਦੇ, ਕਿਉਂਕਿ ਸ਼ਬਦ ਵਿੱਚ ਬਚਨ ਹੁੰਦਾ ਹੈ ਮਨ ਚਿੰਦਿਆ ਫਲ ਪਾਵਣਾ, ਹੋਮੈ ਵਿੱਚੋਂ ਜਾਏ। ਵੀ ਹੋਮੈ ਅੰਦਰੋਂ ਤੇਰੇ ਨਿਕਲ ਗਈ, ਤੇਰਾ ਮਨ ਮਾਂਜਿਆ ਗਿਆ। ਮਨ ਚਿੰਦਿਆ ਤੋਂ ਭਾਵ ਹੈ ਮਨ ਭਾਉਂਦਾ ਫਲ, ਵੀ ਜੋ ਅਸੀਂ ਮੂੰਹੋਂ ਮੰਗੀਏ। ਹੁਣ ਭਾਈ ਨੰਦ ਲਾਲ ਜੀ ਨੇ ਤੇ ਇਹੀ ਮੰਗਿਆ ਸੀ ਵੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਹੋਣ। ਦੇਖੋ ਸਤਿਗੁਰੂ ਜੀ ਆਪ ਤੁਰ ਕੇ ਭਾਈ ਨੰਦ ਲਾਲ ਨੂੰ ਮਿਲਣ ਵਾਸਤੇ ਲੰਗਰਾਂ ਵਿੱਚ ਆਏ ਤੇ ਆ ਕੇ ਗਲਵੱਕੜੀ ਵਿੱਚ ਲਿਆ। ਕਹਿੰਦੇ ਭਾਈ ਨੰਦ ਲਾਲ ਹੁਣ ਤੇਰਾ ਮਨ ਨਿਰਮਲ ਹੋ ਗਿਆ, ਤੇਰਾ ਮਨ ਮਾਂਜਿਆ ਗਿਆ। ਝੂਠੇ ਬਰਤਨ ਮਾਂਜਦਿਆਂ ਮਾਂਜਦਿਆਂ ਤੈਨੂੰ ਨਹੀਂ ਪਤਾ ਤੇਰਾ ਮਨ ਮਾਂਜਿਆ ਗਿਆ, ਵੀ ਚੱਲ ਸਾਡੇ ਨਾਲ। ਹੁਣ ਭਾਈ ਨੰਦ ਲਾਲ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਮੈਨੂੰ ਇੱਥੇ ਸੇਵਾ ਵਿੱਚ ਰਹਿਣ ਦਿਓ, ਮੈਨੂੰ ਇੱਥੇ ਆਨੰਦ ਹੈ। ਪਹਿਲੀ ਗੱਲ ਹੋਰ ਸੀ ਗੁਰੂ ਸਾਹਿਬ, ਹੁਣ ਮੈਨੂੰ ਸੇਵਾ ਕਰਕੇ ਆਨੰਦ ਆਉਂਦਾ ਹੈ, ਮੇਰੇ ਕੋਲ ਸੇਵਾ ਨਾ ਲਓ, ਮੈਨੂੰ ਮਾਣ ਸਨਮਾਨ ਨਹੀਂ ਚਾਹੀਦਾ, ਮੈਨੂੰ ਤਾਂ ਸੇਵਾ ਚਾਹੀਦੀ ਹੈ। ਸਾਧ ਸੰਗਤ ਜੀ, ਸੋ ਕਹਿਣ ਤੋਂ ਭਾਵ ਸੇਵਾ ਅਸੀਂ ਸਾਰੇ ਕਰਦੇ ਹਾਂ, ਪਰ ਸੇਵਾ ਸਾਨੂੰ ਨਿਸ਼ਕਾਮ ਭਾਵ ਦੇ ਨਾਲ ਕਰਨੀ ਚਾਹੀਦੀ ਹੈ। ਪਰ ਸਾਡੇ ਕੀ ਹਾਲਾਤ ਨੇ, ਅਸੀਂ ਆਖਦੇ ਹਾਂ ਸਤਿਗੁਰੂ ਜੀ ਮੇਰਾ ਇਹ ਕੰਮ ਹੋ ਜੇ, ਮੈਂ 40 ਦਿਨ ਸੇਵਾ ਕਰਾਂਗਾ, ਮੈਂ 11 ਦਿਨ ਸੇਵਾ ਕਰਾਂਗਾ। ਅਸੀਂ ਤਾਂ ਗੁਰੂ ਨਾਲ ਸ਼ਰਤਾਂ ਲਾਉਂਦੇ ਹਾਂ, ਗੁਰੂ ਅੱਗੇ ਸ਼ਰਤ ਰੱਖਦੇ ਹਾਂ ਵੀ ਸਾਡਾ ਕੰਮ ਕਰ, ਅਸੀਂ ਸੇਵਾ ਕਰਾਂਗੇ। ਸਾਧ ਸੰਗਤ ਜੀ ਗੱਲ ਯਾਦ ਰੱਖਿਓ, ਗੁਰੂ ਕਿਸੇ ਦਾ ਮੁਹਤਾਜ ਨਹੀਂ, ਉਹਨੂੰ ਕਿਸੇ ਦੀ ਮੁਹਤਾਜੀ ਨਹੀਂ, ਤੇ ਗੁਰੂ ਤਾਂ ਸਭ ਦਾ ਭਲਾ ਮਨਾਉਂਦਾ। ਪਰ ਗੱਲ ਇਹ ਹੈ ਜੇਕਰ ਸਾਡਾ ਕੰਮ ਨਹੀਂ ਬਣਦਾ,
ਉਹ ਸਾਡੇ ਆਪਣੇ ਕਰਮਾਂ ਕਰਕੇ ਦੇਰੀ ਹੋ ਸਕਦੀ ਹੈ। ਸੇਵਾ ਕਰਕੇ, ਸਿਮਰਨ ਕਰਕੇ ਅਸੀਂ ਮਨ ਭਾਉਂਦੇ ਫਲ ਗੁਰੂ ਕੋਲੋਂ ਪ੍ਰਾਪਤ ਕਰ ਸਕਦੇ ਹਾਂ। ਪਰ ਇਹ ਕੰਡੀਸ਼ਨ ਲਾ ਕੇ ਸੇਵਾ ਨਾ ਕਰੀਏ ਵੀ ਇੰਨੇ ਦਿਨ ਮੈਂ ਆਵਾਂਗਾ ਜੇ ਮੇਰਾ ਕੰਮ ਹੋ ਗਿਆ। ਕੰਮ ਤਾਂ ਸਾਰੇ ਹੀ ਤੇਰੇ ਜਿੰਨੇ ਹੋਏ ਨੇ ਗੁਰੂ ਨੇ ਕੀਤੇ ਨੇ, ਜਿੰਨੇ ਹੋਣੇ ਨੇ ਉਹ ਵੀ ਗੁਰੂ ਨੇ ਕਰਨੇ ਨੇ। ਫਿਰ ਗੁਰੂ ਨਾਲ ਸ਼ਰਤ ਕਾਹਦੀ? ਪਰ ਸਾਡੀ ਤਾਂ ਅਵਸਥਾ ਹੀ ਐਸੀ ਬਣ ਗਈ ਹੈ, ਅਸੀਂ ਸੇਵਾ ਕਰਦੇ ਹਾਂ, ਸੇਵਾ ਕਰਨ ਤੋਂ ਬਾਅਦ ਫਿਰ ਮਨ ਅੰਦਰ ਕਈ ਵਾਰ ਹੰਕਾਰ ਵੀ ਆ ਜਾਂਦਾ ਵੀ ਮੇਰੇ ਤੋਂ ਵੱਡਾ ਤਾਂ ਕੋਈ ਸੇਵਾ ਕਰਨ ਵਾਲਾ ਨਹੀਂ। ਕਈ ਵਾਰ ਬਾਣੀ ਪੜ੍ਹਨ ਵਾਲਿਆਂ ਦੇ ਮਨ ਵਿੱਚ ਵੀ ਹਉਮੈ ਆ ਜਾਂਦੀ ਹੈ ਵੀ ਮੇਰੇ ਤੋਂ ਵੱਧ ਤਾਂ ਬਾਣੀ ਪੜ੍ਹਨ ਵਾਲਾ ਕੋਈ ਨਹੀਂ। ਤੇ ਬਾਣੀ ਪੜ੍ਹ ਕੇ ਸੇਵਾ ਕਰਕੇ ਜਦੋਂ ਆਪਾਂ ਲੋਕਾਂ ਨੂੰ ਦੱਸਦੇ ਫਿਰੀਏ ਨੇ ਵੀ ਮੈਂ ਇੰਨੀ ਸੇਵਾ ਕੀਤੀ, ਮੈਂ ਇੰਨੇ ਪਾਠ ਕਰਦਾ, ਫਿਰ ਸਾਧ ਸੰਗਤ ਜੀ ਇਹ ਹਉਮੈ, ਇਹ ਹੰਕਾਰ ਹੈ। ਦੇਖੋ, ਜਿਹਨੂੰ ਸੇਵਾ ਅਤੇ ਸਿਮਰਨ ਕਰਕੇ ਜਿਹਦੇ ਅੰਦਰ ਨਿਮਰਤਾ ਆ ਗਈ, ਜਿਹਨੇ ਤਨੋ ਮਨੋ ਹੋ ਕੇ ਸੇਵਾ ਕੀਤੀ ਹੈ, ਉਹਦੇ ਅੰਦਰ ਫਿਰ ਨਿਮਰਤਾ ਆਉਂਦੀ ਹੈ। ਉਹ ਨਾ ਸੇਵਾ ਕਰਕੇ ਨਾ ਸਿਮਰਨ ਕਰਕੇ ਕਦੇ ਕਿਸ ਨੂੰ ਜਤਾਉਂਦਾ ਨਹੀਂ, ਦੱਸਦਾ ਨਹੀਂ, ਕਿਉਂਕਿ ਉਹਦੀ ਆਤਮਾ ਦੀ ਖੁਰਾਕ ਬਣ ਜਾਂਦੀ ਹੈ ਸੇਵਾ ਅਤੇ ਸਿਮਰਨ। ਜਿਵੇਂ ਜਿਉਂਦੇ ਰਹਿਣ ਵਾਸਤੇ ਅਸੀਂ ਭੋਜਨ ਛਕਦੇ ਹਾਂ, ਭੋਜਨ ਚਾਹੀਦਾ ਹੈ ਤੁਰਨ ਫਿਰਨ ਵਾਸਤੇ, ਇਸ ਤਰ੍ਹਾਂ ਹੀ ਆਤਮਾ ਦੀ ਜਿਹੜੀ ਖੁਰਾਕ ਹੈ ਉਹ ਪਰਮਾਤਮਾ ਦਾ ਭਜਨ ਹੈ, ਵਾਹਿਗੁਰੂ ਦੀ ਸੇਵਾ ਹੈ, ਸੇਵਾ ਤੇ ਸਿਮਰਨ। ਪਰ ਗੱਲ ਇਹ ਹੈ ਵੀ ਇਹ ਜਿਹੜਾ ਭੋਜਨ ਹੈ ਇਹ ਹਜਮ ਵੀ ਹੋਣਾ ਚਾਹੀਦਾ ਹੈ। ਕਿਉਂਕਿ ਬਚਨ ਆਪਾਂ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਦ ਆਧਾਰੋ। ਗੁਰੂ ਸਾਹਿਬ ਨੇ ਥਾਲ ਪਰੋਸ ਕੇ ਰੱਖਿਆ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ। ਸੋ ਆਪਾਂ ਗੁਰੂ ਘਰ ਜਦੋਂ ਆਉਂਦੇ ਆ, ਤਨੋ ਮਨੋ ਹੋ ਕੇ ਬਾਣੀ ਪੜ੍ਹੀਏ। ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਇਕਾਗਰ ਚੀਤ। ਜੇ ਸੇਵਾ ਕਰੀਏ ਤਾਂ ਵੀ ਮਨ ਲਾ ਕੇ ਕਰੀਏ। ਜੋ ਆਪਾਂ ਹੁਣੇ ਭਾਈ ਸਾਹਿਬ ਜੀ ਤੋਂ ਪੰਕਤੀਆਂ ਸਰਵਣ ਕੀਤੀਆਂ ਸਨ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਵੀ ਤੈਨੂੰ ਮਨ ਭਾਉਂਦੇ ਫਲ ਪ੍ਰਾਪਤ ਹੋ ਜਾਣਗੇ। ਜੋ ਤੂੰ ਮੂੰਹ ਮੰਗੇਗਾ ਗੁਰੂ ਨੇ ਤੇਰੀ ਝੋਲੀ ਵਿੱਚ ਪਾ ਦੇਣਾ। ਪਰ ਗੱਲ ਹੈ ਭਾਈ, ਸੇਵਾ ਕਰ। ਸੇਵਾ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ। ਤੂੰ ਕਿਸੇ ਲੋੜਵੰਦ ਦੀ ਮਦਦ ਕਰਦੇ, ਉਹ ਵੀ ਸੇਵਾ ਹੀ ਹੈ। ਕਿਸੇ ਲੋੜਵੰਦ, ਜਿਹਦੇ ਕੋਲੇ ਬੱਚੇ ਕੋਲ ਕਿਤਾਬ ਨਹੀਂ, ਭਾਈ ਨੂੰ ਕਿਤਾਬ ਲੈ ਕੇ ਦੇ ਦੇ। ਜਿਹਦੇ ਕੋਲ ਬਸਤਰ ਨਹੀਂ, ਤੈਨੂੰ ਬਸਤਰ ਲੈ ਕੇ ਦੇ ਦੇ। ਜਿਹਨੂੰ ਮਾਇਆ ਦੀ ਕਮੀ, ਉਹਨੂੰ ਮਾਇਆ ਦੇ ਭਾਈ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਬਚਨ ਨੇ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਤੂੰ ਕਿਸੇ ਲੋੜਵੰਦ ਗਰੀਬ ਦੀ ਜੇਕਰ ਤੂੰ ਮਦਦ ਕਰਦਾ ਭਾਈ, ਇਹ ਵੀ ਇੱਕ ਸੇਵਾ ਹੀ ਹੈ। ਤੇਰਾ ਦਿੱਤਾ ਹੋਇਆ ਦਸਵੰਧ ਭਾਈ ਗੁਰੂ ਕੋਲ ਸਿੱਧਾ ਪਹੁੰਚੇਗਾ। ਸੋ ਸਾਧ ਸੰਗਤ ਜੀ, ਜਿਵੇਂ ਭਾਈ ਨੰਦ ਲਾਲ ਜੀ ਨੇ ਮਨ ਲਾ ਕੇ ਸੇਵਾ ਕੀਤੀ, ਜਿੱਥੇ ਪਹਿਲਾਂ ਮਨ ਅੰਦਰ ਇੱਛਾ ਰੱਖ ਕੇ ਬੈਠੇ ਸਨ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਮਿਲਣਾ ਹੈ, ਤੇ ਸਤਿਗੁਰ ਜੀ ਨੇ ਆਖਿਆ ਨਹੀਂ, ਪਹਿਲਾਂ ਲੰਗਰਾਂ ਵਿੱਚ ਜਾ ਕੇ ਸੇਵਾ ਕਰੋ। ਐਸੀ ਤਨੋ ਮਨੋ ਹੋ ਕੇ ਸੇਵਾ ਕੀਤੀ ਵੀ ਕਲਗੀਧਰ ਪਾਤਸ਼ਾਹ ਆਪ ਭਾਈ ਨੰਦ ਲਾਲ ਜੀ ਨੂੰ ਮਿਲਣ ਵਾਸਤੇ ਲੰਗਰਾਂ ਵਿੱਚ ਆਏ, ਗਲਵਕੜੀ ਵਿੱਚ ਲਿਆ। ਸੋ ਸਾਧ ਸੰਗਤ ਜੀ, ਜਦੋਂ ਵੀ ਸਾਨੂੰ ਆਵਾਜ਼ ਪਏ ਗੁਰੂ ਘਰ ਤੋਂ, ਸੇਵਾ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਮਾਇਆ ਦੀ ਸੇਵਾ ਹੋਵੇ, ਹੱਥੀ ਸੇਵਾ ਹੋਵੇ, ਸਾਨੂੰ ਕਰਨੀ ਚਾਹੀਦੀ ਹੈ। ਕਿਉਂਕਿ ਦੋ ਹੀ ਰਸਤੇ ਨੇ, ਪਹਿਲੇ ਹੀ ਅਰਜ਼ ਕੀਤਾ ਹੈ, ਇੱਕ ਸੇਵਾ ਅਤੇ ਸਿਮਰਨ। ਜਦੋਂ ਤੱਕ ਅਸੀਂ ਇਹਨਾਂ ਰਸਤਿਆਂ ਤੇ ਤੁਰਾਂਗੇ, ਸਾਡੀ ਗੁਰੂ ਨਾਲ ਦੂਰੀ ਨਹੀਂ ਬਣ ਸਕਦੀ। ਗੁਰੂ ਨਾਲ ਸਾਂਝ ਬਣੀ ਰਹੇਗੀ। ਗੁਰੂ ਨਾਲ ਸਾਂਝ ਹੈ, ਗੁਰੂ ਨਾਲ ਜੁੜੇ ਆ ਤੇ ਸਾਰੇ ਸੁੱਖ ਨੇ, ਆਤਮਿਕ ਆਨੰਦ ਹੈ। ਕਿਉਂਕਿ ਗੁਰੂ ਨਾਲ ਟੁੱਟਿਆਂ ਫਿਰ ਆ ਕੇ ਦੁੱਖ ਘੇਰਾ ਪਾਉਂਦੇ ਨੇ, ਫਿਰ ਔਂਕੜਾ ਮੁਸੀਬਤਾਂ ਰਸਤੇ ਵਿੱਚ ਆਉਂਦੀਆਂ ਨੇ। ਜਦੋਂ ਆਪਾਂ ਗੁਰੂ ਤੋਂ ਦੂਰ ਹੋ ਜਾਂਦੇ ਹਾਂ, ਬਾਣੀ ਨਾਲ ਟੁੱਟ ਜਾਂਦੇ ਹਾਂ। ਕਿਉਂਕਿ ਬਾਣੀ ਵਿੱਚ ਹੀ ਸਭ ਕੁਝ ਹੈ। ਬਾਣੀ ਨੇ ਸਾਨੂੰ ਸੋਝੀ ਬਖਸ਼ਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਅਰਦਾਸ ਕਰੀਏ ਸਤਿਗੁਰ ਚਰਨਾਂ ਵਿੱਚ, ਸਾਨੂੰ ਵੀ ਨਿਸਕਾਮ ਭਾਵ ਨਾਲ ਸੇਵਾ ਕਰਨ ਦੀ ਜਾਚ ਆ ਜਾਵੇ। ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭੁੱਲਾਂ ਚੁੱਕਾਂ ਦੇ ਖੇਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।